उत्तम खेती प्रोग्राम देख रहे दर्शकों का स्वागत। मैं हाँ कमलजीत सिद्धू ते तुसीं देख रहे हो वन वे टीवी। दोस्तों, पंजाब दे विच एक वारी फिर अफीम पोस्त की खेती करन दी मंग उठी आ। इस करके कि ये गल विचों कीती जा रही है कि जे पंजाब दे किसान नूं खुशहाल बनाउणा आ, पंजाब नूं आर्थिक लीहां दे उत्ते सही लिआउणा आ ते ਜਿਹੜੇ बाकी सूबिਆਂ ਦੇ ਵਿੱਚ ਭਾਰਤ ਦੇ ਅਫੀਮ ਦੀ ਖੇਤੀ ਕੀਤੀ ਜਾਂਦੀ ਉਵੇਂ ਪੰਜਾਬ ਦੇ ਵਿੱਚ ਵੀ ਕਰਵਾਉਣੀ ਚਾਹੀਦੀ ਹੈ ਤਾਂ ਕਿ ਕਿਸਾਨ ਜਿਹੜਾ ਖੁਦਕੁਸ਼ੀਆਂ ਦੇ ਰਾਹ ਪਿਆ, ਜਿਹੜਾ ਕਰਜ਼ਦਾਰ ਹੋਇਆ ਆ, ਉਸ ਦੀ ਜਿਹੜੀ ਸਥਿਤੀ ਆ ਉਹ ਸਹੀ ਹੋ ਜਾਵੇ। ਆਜੋ ਫਿਰ ਇਸ ਸਾਰੇ ਮੁੱਦੇ ਉੱਤੇ ਗੱਲਬਾਤ ਕਰਦੇ ਹਾਂ। ਵਾਰ-ਵਾਰ ਪੰਜਾਬ ਦੇ ਵਿੱਚ ਦੋਸਤੋ ਇੱਕ ਮੰਗ ਕੀਤੀ ਜਾਂਦੀ ਹੈ ਕਿ ਪੰਜਾਬ ਦੇ ਵਿੱਚ ਅਫੀਮ ਦੀ ਖੇਤੀ ਹੋਣੀ ਚਾਹੀਦੀ ਹੈ। ਭਾਰਤ ਦੇ ਕਈ ਸੂਬਿਆਂ ਦੇ ਵਿੱਚ ਜਿਵੇਂ ਰਾਜਸਥਾਨ ਦੇ ਵਿੱਚ ਖੇਤੀ ਹੁੰਦੀ ਪਈ ਆ, उन्होंने सूबियां वांगू पंजाब दे विच भी जिहड़ी अफीम की खेती की इजाजत मिलनी चाहिए है। हालांकि विधान सभा का सैशन चलता पिया, उस दे विच भी इस मंग दे बारे जिहड़े खेती मंत्री कुलदीप सिंह धालीवाल वो कहंदे सीगे कि मैं नशा हटाउण लई नशिਆਂ ਦੀ बजवाउण ਦੀ गल जिहड़ी आ ਉਹਦੇ ਨਾਲ सहमत नहीं हो सकता। पर डॉक्टर नवजोत कौर सिद्धू, नवजोत सिंह सिद्धू की धर्म पत्नी आ, उन्होंने ये मंग एक बार फिर उठाई आ। उन्हों का कहना है कि पंजाब दे विच जिहड़ी आ अफीम की खेती होनी चाहिए है। उन्होंने कहा है कि अफीम की खेती नूं लैके मैं पहलां भी कई बार कह चुकी हाँ, एक बार उन्होंने फिर ये मंग जिहड़ी आ वो चुकी है कि इक्को एक तरीका है जिस नाल असीं अपने किसानां नूं खुशहाल करन विच मदद कर सकते हैं। नाल ही डॉक्टरी तौर ते प्रवाणित वरतों नाल पंजाब नूं सिंथैटिक नशिਆਂ तो छुटकारा मिलूगा। वड्डी गल है। इत्थे मैं एक गल 2017 की तुहानूं सारिआं नूं दसणी चाहूँगा कि डॉक्टर धर्मवीर गांधी जो ने उन्हां दे नाल मैं एक वड्डा प्रोग्राम जिहड़ा सी 2017 ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਕੋਟ ਖਾਲਸਾ ਦੇ ਵਿੱਚ ਕਰਾਇਆ ਸੀਗਾ, ਖਾਲਸਾ ਕਾਲਜ ਅੰਮ੍ਰਿਤਸਰ ਦੇ ਬਿਲਕੁਲ ਸਾਹਮਣੇ, ਜਿਹਦੇ ਵਿੱਚ ਮੈਂ ਪੰਜਾਬ ਦੇ ਬਹੁਤ ਸਾਰੇ ਜਿਹੜੇ ਖੇਤੀ ਮਾਹਰ ਸੀ ਉਹਨਾਂ ਨੂੰ ਸੱਦਿਆ ਸੀਗਾ, ਕਿਸਾਨ ਯੂਨੀਅਨ ਦੇ ਜਥੇਬੰਦੀਆਂ ਦੇ ਜਿਹੜੇ ਆਗੂ ਸੀ ਉਹਨਾਂ ਨੂੰ ਬੁਲਾਇਆ ਸੀਗਾ। ਡਾਕਟਰ ਜਿਹੜੇ ਸੀਗੇ ਧਰਮਵੀਰ ਗਾਂਧੀ ਉਹ ਮੁੱਖ ਮਹਿਮਾਨ ਵਜੋਂ ਆਏ। ਮੈਂ ਉੱਥੇ ਜਿਹੜੀ ਗੱਲ ਉਸ ਵੇਲੇ ਰੱਖੀ ਸੀ ਤਾਂ ਉਹਦੇ ਉੱਤੇ ਹੀ ਇਹਨਾਂ ਸਾਰਿਆਂ ਨੂੰ ਬੁਲਾਇਆ ਗਿਆ ਸੀਗਾ ਕਿ ਤੁਸੀਂ ਬਈ ਦੱਸੋ ਕਿ ਤੁਹਾਨੂੰ ਕੀ ਲੱਗਦਾ ਕਿ ਪੰਜਾਬ ਦੇ ਵਿੱਚ ਅਫੀਮ ਦੀ ਖੇਤੀ ਹੋਣੀ ਚਾਹੀਦੀ ਆ। ਤਕਰੀਬਨ ਉੱਥੇ ਜਿਹੜੇ ਲੋਕ ਸ਼ਾਮਲ ਹੋਏ ਸੀ ਡਾਕਟਰ ਧਰਮਵੀਰ ਗਾਂਧੀ ਸਮੇਤ ਡਾਕਟਰ ਜਗਜੀਤ ਸਿੰਘ ਜਿਹੜੇ ਸੀਗੇ ਉਹ ਵੀ ਹੈਲਥ ਡਿਪਾਰਟਮੈਂਟ ਦੇ ਵਿੱਚੋਂ ਇੱਕ ਵੱਡਾ ਚਿਹਰਾ ਸੀ, ਰਿਟਾਇਰ ਹੋਏ, ਤੇ ਉਹਨਾਂ ਨੇ ਵੀ ਇਹ ਗੱਲ ਦੇ ਉੱਤੇ ਤਾਇਦ ਕੀਤੀ ਸੀ ਕਿ ਪੰਜਾਬ ਦੇ ਵਿੱਚ अफीम की खेती इस करके होनी चाहिए है कि पंजाब के नौजवान बजाए कि जिहड़े सिंथैटिक नशिਆਂ ਦੇ ਵਿੱਚ ਵੜ गए आ वो घट्टो घट्ट होर नहीं तो ये तो ऑर्गैनिक आ, नाले ये दवाइयां 'च पैंदी आ, ते जे ये अफीम खानी शुरू कर देना, हालांकि नशिਆਂ ਦੇ पक्ष की गल जिहड़ी आ वो सारे ही वरजदे आ भी वो गलत है, पर वो कहिंदे घट्टो घट्ट ये तो हो जू ना भी एक तो आ मुद्दा हो जूगा कि नौजवान जिहड़े खांदे जिन्हां दी आदतां तुसीं हटा ही नहीं सकदेगे ते उन्हां नूं ਇਹ ਜਿਹੜਾ ਨਸ਼ਾ ਆ, ਇਹ ਜਿਹੜੀ ਅਫੀਮ ਆ ਉਹ ਖਾਣ ਨੂੰ ਮਿਲ ਜੇ। ਤੇ ਦੂਜੀ ਗੱਲ ਇਹ ਹੈ ਕਿ ਖੇਤੀ ਨੂੰ ਜੇ ਹੁਲਾਰਾ ਦੇਣਾ ਆ ਤੇ ਇੱਕ ਸਰਕਾਰੀ ਤੌਰ ਦੇ ਉੱਤੇ ਇਹ ਬਣਾਇਆ ਗਿਆ ਸੀ ਕਿ ਸਰਕਾਰ ਨਿਸ਼ਾਨਦੇਹੀ ਕਰਕੇ ਕੁਝ ਕਿਸਾਨ ਜਿਹੜੇ ਆ ਉਹਨਾਂ ਦੀ ਚੋਣ ਕਰੇ, ਉਹਨਾਂ ਕਿਸਾਨਾਂ ਦੇ ਜਿਹੜੇ ਖੇਤ ਹੈ ਉੱਥੇ ਇੱਕ ਮਿਕਦਾਰ ਦੱਸੇ ਵੀ ਇਹਦਾ 1 ਕਿੱਲਾ ਹੋਊਗਾ ਕਿ ਇਹਦੇ 2 ਕਿੱਲੇ ਹੋਣਗੇ ਕਿ 3 ਕਿੱਲੇ ਹੋਣਗੇ, ਜਾਂ ਪੰਜਾਬ ਦੇ ਵਿੱਚ ਕੁੱਲ ਜਿਹੜੀ ਖੇਤੀ ਆ ਉਹਦੇ ਵਿੱਚੋਂ ਕਿੰਨਾ ਜਿਹੜਾ ਆ ਉੱਥੇ ਅਫੀਮ ਦੀ ਖੇਤੀ ਕਰਵਾਈ ਜਾਵੇ, ਜਿਸ ਕਰਕੇ ਮਹਿੰਗੇ ਰੂਪ ਵਿੱਚ ਜਿਹੜੀ ਅਫੀਮ ਸਾਨੂੰ ਬਾਹਰੋਂ ਮੰਗਾਉਣੀ ਪੈ ਰਹੀ ਆ। ਜਾਂ ਪੰਜਾਬ ਦੇ ਵਿੱਚ ਵੀ ਕਈ ਡਰੱਗਸ ਇੰਡਸਟਰੀਆਂ ਜਿਹੜੀਆਂ ਫਾਰਮਾਸਿਊਟੀਕਲ ਇੰਡਸਟਰੀਆਂ ਜਿੱਥੇ ਕਿ ਦਵਾਈਆਂ ਬਣਾਈਆਂ ਜਾਂਦੀਆਂ ਤੇ ਉਹਨਾਂ ਦਵਾਈਆਂ ਦੇ ਵਿੱਚ ਅਫੀਮ ਜਿਹੜੀ ਆ ਉਹ ਪੈਂਦੀ ਹੈ। ਤਾਂ ਇਸ ਕਰਕੇ ਸਾਨੂੰ ਉਹ ਲੋੜ ਇੱਥੋਂ ਪੂਰੀ ਹੋ ਜੇ, ਨਾਲੇ ਜਿਸ ਮਹਿੰਗੇ ਭਾਅ ਵਿਕਦੀ ਆ ਉਸ ਕਰਕੇ ਜਿਹੜੇ ਕਿਸਾਨ ਆ ਉਹਨਾਂ ਨੂੰ ਫਾਇਦਾ ਹੋ ਜਾਵੇ, ਤਾਂ ਕਿ ਆਰਥਿਕਤਾ ਜਿਹੜੀ ਹਿੱਲੀ ਹੋਈ ਆ ਕਿਸਾਨੀ ਦੀ, ਕਰਜ਼ੇ ਚੜ੍ਹੇ ਹੋਏ ਆ, ਸੁਸਾਈਡ ਕਰਦੇ ਪਏ ਆ, ਖੇਤੀ ਕਰਜ਼ੇ ਬਹੁਤ ਆ, ਤੇ ਲੋੜਾਂ ਜਿਹੜੀਆਂ ਜਿੰਨੀਆਂ ਕਿ ਪੰਜਾਬ ਕੋਲੇ ਹੁਣ ਜੋਤਾਂ ਰਹਿ ਗਈਆਂ ਉਹਦੇ ਵਿੱਚ ਲੋੜਾਂ ਪੂਰੀਆਂ ਨਹੀਂ ਹੁੰਦੀਆਂ। ਇਸ ਕਰਕੇ ਇਹ ਲੋੜ ਸੀ। ਮੁੱਦਾ ਚੁੱਕਿਆ, ਮੁੱਦੇ ਨੂੰ ਕਈ ਜਣੇ ਬਾਅਦ ਵਿੱਚ ਕੈਸ਼ ਵੀ ਕਰਾ ਗਏ, ਕਈਆਂ ਨੇ ਇਹਦੇ ਨਾਂ ਦੇ ਉੱਤੇ ਪੂਰੀਆਂ ਸਿਆਸੀ ਰੋਟੀਆਂ ਵੀ ਸੇਕੀਆਂ, ਬੜਾ ਕੁਛ ਹੋਇਆ, ਕਈਆਂ ਨੇ ਐਵੇਂ ਸੰਸਥਾਵਾਂ ਖੜੀਆਂ ਕਰ ਲਈਆਂ, ਕਈ ਜਗਾੜੂ ਬੰਦੇ ਅੱਗੇ ਆ ਗਏ ਵੀ ਆਹ ਹੋਣਾ ਚਾਹੀਦਾ ਔਰ ਇਸੇ ਚੀਜ਼ ਦੇ ਉੱਤੇ ਹੀ ਲੈ ਕੇ ਤੁਰੇ ਫਿਰਦੇ ਰਹੇ। ਪਰ ਨਹੀਂ, ਇਹ ਕੋਈ ਹੱਲ ਨਹੀਂ ਸੀ। ਹੱਲ ਕਿੱਥੇ ਹੈ
ਕਿ ਹੁਣ ਜੋ ਵਾਰ-ਵਾਰ ਮੰਗ ਉੱਠਦੀ ਪਈ ਆ ਉਹਦੀ ਇੱਕ ਪੜਚੋਲ ਕਰਨੀ ਬਣਦੀ ਆ ਕਿ ਅਸੀਂ ਮੰਗ ਕਿਉਂ ਕਰ ਰਹੇ ਹਾਂ। ਹਾਲਾਂਕਿ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਹੋਣਾ ਨੇ ਤਾਂ ਕੋਰੀ ਨਾ ਕਰ ਦਿੱਤੀ ਆ ਵੀ ਨਹੀਂ ਹੋਣੀ ਚਾਹੀਦੀ। ਹਾਲਾਂਕਿ ਆਪ ਸਰਕਾਰ ਨੂੰ ਸੁਝਾਅ ਜਿਹੜੇ ਆ ਉਹ ਦੂਜੀਆਂ ਜਿਹੜੀਆਂ ਪਹਿਲੀਆਂ ਸਰਕਾਰਾਂ ਦੇ ਵਿੱਚ ਕੋਈ ਰਹੇ ਆ ਰਾਜਨੀਤਿਕ ਆਗੂ, ਉਹਨਾਂ ਨੇ ਸੁਝਾਅ ਵੀ ਆਪਦੇ ਦਿੱਤੇ ਸੀਗੇ। ਤਾਂ ਇੱਥੇ ਨਵਜੋਤ ਕੌਰ ਸਿੱਧੂ ਹੋਰਾਂ ਦਾ ਕਹਿਣਾ ਆ ਕਿ ਅਸੀਂ ਆਪਣੇ ਕਿਸਾਨਾਂ ਨੂੰ ਖੁਸ਼ਹਾਲ ਕਰਨ ਵਿੱਚ ਮਦਦ ਕਰ ਸਕਦੇ ਹਾਂ। ਤਾਂ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜਨਰਲ ਸਕੱਤਰ ਹਰਿੰਦਰ ਸਿੰਘ ਲੱਖੋਵਾਲ ਨੇ ਕਿਹਾ ਸੀ ਕਿ ਫਸਲਾਂ ਲਈ ਵਰਤੀਆਂ ਜਾਂਦੀਆਂ ਜ਼ਹਿਰੀਲੀਆਂ ਖਾਦਾਂ ਤੇ ਰਸਾਇਣਕ ਦਵਾਈਆਂ ਤੋਂ ਹਟ ਕੇ ਕਿਸਾਨਾਂ ਨੂੰ ਕੁਦਰਤੀ ਖੇਤੀ ਵੱਲ ਮੋੜਨ ਦੀ ਵੀ ਤੁਰੰਤ ਲੋੜ ਹੈ। ਉਹਨਾਂ ਕਿਹਾ ਕਿ ਦੇਸ਼ ਦੇ ਵੱਡੇ ਘਰਾਣਿਆਂ ਦਾ ਮੂੰਹ ਹੁਣ ਪੰਜਾਬ ਵੱਲ ਆ, ਜੋ ਪੰਜਾਬ ਦੇ ਕਿਸਾਨਾਂ ਦੀ ਜ਼ਮੀਨ ਖਰੀਦ ਕੇ ਉਹਨਾਂ ਕਿਸਾਨਾਂ ਤੋਂ ਹੀ ਕੰਮ ਕਰਵਾਉਣਗੇ, ਜਿਸ ਲਈ ਪੰਜਾਬ ਦੇ ਕਿਸਾਨਾਂ ਨੂੰ ਲਾਮਬੰਦ ਹੋਣਾ ਵੀ ਜ਼ਰੂਰੀ ਹੈ। ਤਾਂ ਉਸ ਵਕਤ ਕਿਸਾਨ ਆਗੂਆਂ ਦਾ ਇਹ ਵੀ ਕਹਿਣਾ ਸੀ ਕਿ ਪੋਸਤ ਤੋਂ ਯਾਨੀ ਕਿ ਅਫੀਮ ਦੀ ਖੇਤੀ ਨਾਲ ਪੰਜਾਬ ਦਾ ਕਿਸਾਨ ਖੁਸ਼ਹਾਲ ਹੋਊਗਾ ਅਤੇ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਹੋਰ ਨੀਵਾਂ ਜਾਣ ਤੋਂ ਰੋਕਿਆ ਜਾਵੇਗਾ। ਤੇ ਦੂਜੇ ਪਾਸੇ ਪੰਜਾਬ ਦੇ ਵਿੱਚ ਸਿੰਥੈਟਿਕ ਅਤੇ ਮੈਡੀਕਲ ਨਸ਼ਿਆਂ ਤੇ ਵੀ ਰੋਕਥਾਮ ਲੱਗੂਗੀ। ਇਸ ਬੈਠਕ ਦੌਰਾਨ ਕਿਸਾਨਾਂ ਨੇ ਪੋਸਤ ਦੀ ਖੇਤੀ ਤੇ ਸਰਕਾਰੀ ਮੋਹਰ ਲਾਉਣ ਵਾਲੇ ਮਸਲੇ ਤੇ ਹੱਥ ਖੜੇ ਕਰਕੇ ਸਮਰਥਨ ਦਿੱਤਾ ਸੀਗਾ। ਤੇ ਪੋਸਟ ਅਫੀਮ ਦੀ ਖੇਤੀ ਨਾਲ ਪੰਜਾਬ ਦੇ ਨੌਜਵਾਨ ਜਿਹੜੇ ਆ ਉਹਨਾਂ ਬਾਰੇ ਇਹ ਗੱਲ ਕਹੀ ਸੀਗੀ ਕਿ ਉਹ ਹੁਣ ਇਹਨਾਂ ਨਸ਼ਿਆਂ ਦੇ ਉੱਤੇ ਨਹੀਂ ਲੱਗਣਗੇ। ਇੱਥੇ ਇੱਕ ਗੱਲ ਮੈਂ ਹੋਰ ਕਹਿਣੀ ਚਾਹੂੰਗਾ ਕਿ ਨੌਜਵਾਨਾਂ ਦੇ ਪੋਸਟ ਅਤੇ ਅਫੀਮ ਦੇ ਨਸ਼ੇ ਤੇ ਲੱਗਣ ਵਾਲੇ ਸਵਾਲ ਬਾਰੇ ਇਹ ਵੀ ਗੱਲ ਉੱਭਰ ਕੇ ਸਾਹਮਣੇ ਆਈ ਸੀ ਕਿ ਪੰਜਾਬ ਦੀਆਂ ਸੜਕਾਂ ਤੇ ਕਿਸੇ ਵੇਲੇ ਭੰਗ ਆਮ ਮਿਲਦੀ ਸੀ। ਕਿੰਨੇ ਕੁ ਨੌਜਵਾਨ ਭੰਗ ਦਾ ਨਸ਼ਾ ਕਰਦੇ ਆ? ਤਾਂ ਇੱਥੇ ਅਵਤਾਰ ਸਿੰਘ ਧੁੰਦਾ ਆਲ ਇੰਡੀਆ ਅਫੀਮ ਪੈਦਾਵਾਰ ਕਿਸਾਨ ਜਥੇਬੰਦੀ ਦੇ ਇੱਕ ਅਹੁਦੇਦਾਰ ਹਨ। ਉਹਨਾਂ ਦਾ ਕਹਿਣਾ ਸੀ ਕਿ ਅਸੀਂ ਪੰਜਾਬ ਵਿੱਚ ਅਫੀਮ ਪੈਦਾ ਕਰਨ ਲਈ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੇ ਹਾਂ ਤੇ ਉਹਨਾਂ ਮੁਤਾਬਕ ਆਜ਼ਾਦੀ ਤੋਂ ਪਹਿਲਾਂ ਦੇਸ਼ ਦੇ ਵਿੱਚ ਨਾ 1.5 ਲੱਖ ਕਿਸਾਨਾਂ ਕੋਲੇ ਅਫੀਮ ਪੈਦਾ ਕਰਨ ਦਾ ਪਟਾ ਹੁੰਦਾ ਸੀ, ਲਾਇਸੈਂਸ ਹੁੰਦਾ ਸੀ। ਬਾਅਦ ਵਿੱਚ ਘਟਾ ਦਿੱਤਾ ਗਿਆ ਕੋਟਾ। ਉਹਨਾਂ ਮੁਤਾਬਕ ਦੇਸ਼ ਵਿੱਚ ਦਵਾਈਆਂ ਵਿੱਚ ਵਰਤਣ ਲਈ ਜੋ ਆ 85% ਅਫੀਮ ਬਾਹਰਲੇ ਮੁਲਕਾਂ ਤੋਂ ਮੰਗਾਈ ਜਾਂਦੀ ਹੈ, ਜਿਵੇਂ ਮੈਂ ਪਹਿਲਾਂ ਜ਼ਿਕਰ ਕੀਤਾ ਸੀਗਾ। ਜੇਕਰ ਦੇਸ਼ ਦੇ ਕਿਸਾਨਾਂ ਨੂੰ ਅਫੀਮ ਪੈਦਾ ਕਰਨ ਦੇ ਲਾਇਸੈਂਸ ਦਿੱਤੇ ਜਾਣ ਤਾਂ ਜਿੱਥੇ ਕਿਸਾਨ ਖੁਸ਼ਹਾਲ ਹੋਊਗਾ ਉੱਥੇ ਸਰਕਾਰ ਨੂੰ ਬਾਹਰਲੇ ਮੁਲਕਾਂ ਤੋਂ ਅਫੀਮ ਨਹੀਂ ਮੰਗਾਉਣੀ ਪਊਗੀ। ਤੇ ਰਾਜਸਥਾਨ ਦੀ ਆਪਾਂ ਇੱਥੇ ਗੱਲ ਕਰ ਲਈ ਨਾ, ਰਾਜਸਥਾਨ ਦੇ ਚਿਤੌੜਗੜ੍ਹ 'ਚ ਅਫੀਮ ਪੈਦਾ ਕਰਨ ਵਾਲੇ ਕਿਸਾਨਾਂ ਨੇ ਜੋ ਸੀਗਾ ਇੱਕ ਵਾਰੀ ਇਸ ਗੱਲ ਨੂੰ ਲੈ ਕੇ ਧਰਨਾ ਲਗਾਇਆ ਸੀ ਕਿ ਰਾਜਸਥਾਨ ਦੇ ਕਿਸਾਨ ਜਿਹੜੇ ਨੇ 30,000 ਨਵੇਂ ਲਾਇਸੈਂਸ ਸਾਨੂੰ ਦਿੱਤੇ ਜਾਣ, ਜਿਸ ਨੂੰ ਲੈਣ ਦੇ ਵਿੱਚ ਉਹ ਸਫਲ ਹੋ ਗਏ ਸੀ। ਪੰਜਾਬ ਦੇ ਮਾਮਲੇ ਵਿੱਚ ਬੜੀਆਂ ਗੱਲਾਂ ਇੱਦਾਂ ਦੇ ਮੁੱਦੇ ਬਣਾ ਕੇ ਖੜੀਆਂ ਕਰ ਦਿੱਤੀਆਂ ਜਾਂਦੀਆਂ ਨੇ। ਇੱਥੇ ਅਸੀਂ ਪਿਛਲੀ ਸਰਕਾਰ ਦੇ ਵਿੱਚ ਰਹੇ ਸਾਬਕਾ ਸਿਹਤ ਮੰਤਰੀ ਸੁਰਜੀਤ ਕੁਮਾਰ ਜਿਆਣੀ ਹੋਰਾਂ ਦਾ ਜ਼ਿਕਰ ਕਰਾਂਗੇ। ਉਹਨਾਂ ਨੇ ਆਮ ਆਦਮੀ ਪਾਰਟੀ ਨੂੰ ਇੱਕ ਸਲਾਹ ਦਿੱਤੀ ਸੀ ਕਿ ਪੰਜਾਬ ਦੇ ਵਿੱਚ ਜਿਹੜੀ ਅਫੀਮ ਦੀ ਖੇਤੀ, ਭੁੱਕੀ ਦੀ ਖੇਤੀ ਸਰਕਾਰੀ ਜ਼ਮੀਨ ਉੱਤੇ ਸ਼ੁਰੂ ਕੀਤੀ ਜਾਵੇ। ਉਹਨਾਂ ਸਰਕਾਰ ਨੂੰ ਨਸੀਹਤ ਕੀਤੀ ਸੀ ਕਿ ਨਸ਼ਾ ਮੁਕਤ ਪੰਜਾਬ ਸਿਰਜਣ ਲਈ ਅਫੀਮ ਅਤੇ ਪੋਸਤ ਦੀ ਜਿਹੜੀ ਖੇਤੀ ਆ ਉਹ ਬਹੁਤ ਜ਼ਰੂਰੀ ਹੈ। ਤਾਂ ਦੂਜੇ ਪਾਸੇ ਪੰਜਾਬ ਵਿੱਚ ਜਿਵੇਂ ਸਿੰਥੈਟਿਕ ਜਾਂ ਮੈਡੀਕਲ ਨਸ਼ਿਆਂ ਕਾਰਨ ਜਵਾਨੀ ਦਾ ਘਾਣ ਹੋ ਰਿਹਾ, ਇਸ ਦਾ ਸਭ ਨੂੰ ਪਤਾ ਆ। ਇਸ ਦੇ ਇਲਾਜ ਲਈ ਨਸ਼ਾ ਵਰਤਣ ਦੀ ਜਿਹੜੀ ਉਹ ਲਗਾਤਾਰ ਸਲਾਹ ਦੇ ਬਾਰੇ ਡਾਕਟਰ ਧਰਮਵੀਰ ਗਾਂਧੀ ਜਿਹੜੇ ਆ ਉਹ ਬੋਲਦੇ ਰਹਿੰਦੇ ਆ। ਪੰਜਾਬ ਦੇ ਸਾਬਕਾ ਸਿਹਤ ਮੰਤਰੀ ਜਿੱਥੇ ਸੁਰਜੀਤ ਕੁਮਾਰ ਜਿਆਣੀ ਨੇ ਸਲਾਹ ਦਿੱਤੀ ਹੈ ਕਿ ਸਰਕਾਰੀ ਜ਼ਮੀਨ ਉੱਤੇ ਹੋਵੇ ਤੇ ਇੱਥੇ ਹੀ ਜਿਵੇਂ ਡਾਕਟਰ ਨਵਜੋਤ ਕੌਰ ਸਿੱਧੂ ਨੇ ਹੁਣ ਇਹ ਮੁੱਦਾ ਚੁੱਕਿਆ। ਇਸ ਤੋਂ ਇਲਾਵਾ ਮੈਂ ਡਾਕਟਰ ਧਰਮਵੀਰ ਗਾਂਧੀ ਹੋਰਾਂ ਦੀ ਗੱਲ ਕਰਦਾ ਹਾਂ ਤਾਂ ਉਹਨਾਂ ਨੇ ਪੰਜਾਬ ਦੇ ਵਿੱਚ ਅਫੀਮ ਅਤੇ ਪੋਸਤ ਦੀ ਖੇਤੀ ਕਰਨ ਦੀ ਮੰਗ ਜਿਹੜੀ ਸੀ ਉਹ ਰੱਖੀ ਸੀ। ਔਰ ਪਿਛਲੇ ਸਮੇਂ ਵਿੱਚ ਵੀ ਇਹ ਗੱਲ ਉੱਭਰ ਕੇ ਸਾਹਮਣੇ ਆਉਂਦੀ ਵੀ ਜਿਹੜੇ ਬੀਤੇ ਵੇਲੇ ਸੀ ਨਾ ਪਹਿਲੇ ਸਮਿਆਂ ਦੇ ਵਿੱਚ, ਉਹਨਾਂ ਦੇ ਵਿੱਚ ਜਿਹੜੀ ਸੀ ਲੋਕ ਅਫੀਮ ਅਤੇ ਪੋਸਤ ਦੀ ਵਰਤੋਂ ਕਰਦੇ ਸੀ, ਲੰਮੀ ਉਮਰ ਜਿਉਂਦੇ ਸੀ। ਅਜਿਹੀ ਬਿਆਨਬਾਜ਼ੀ ਕੋਈ ਪਹਿਲੀ ਵਾਰੀ ਨਹੀਂ ਆਈ। ਅਫੀਮ ਅਤੇ ਪੋਸਤ ਦੀ ਖੇਤੀ ਦੀ ਵਕਾਲਤ ਕਈ ਲੀਡਰਾਂ ਨੇ ਕੀਤੀ ਹੈ। ਅਫੀਮ ਅਤੇ ਪੋਸਤ ਦੀ ਖੇਤੀ ਦੀ ਵਕਾਲਤ ਜਿਹੜੀ ਆ ਉਹ ਕਈ ਲੀਡਰਾਂ ਨੇ ਕੀਤੀ ਆ। 1961 ਵਿੱਚ ਪੰਜਾਬੀਆਂ ਦੀ ਔਸਤ ਉਮਰ ਦੀ ਆਪਾਂ ਗੱਲ ਕਰਦੇ ਹਾਂ। ਔਸਤ ਉਮਰ ਉਸ ਵੇਲੇ 45 ਸਾਲ ਦੇ ਸੀਗੀ ਅਤੇ ਹੁਣ ਪੰਜਾਬ ਦੀ ਔਸਤ ਉਮਰ 70 ਸਾਲ ਹੈ। ਇੱਥੋਂ ਤੱਕ ਕਿ ਭਾਰਤ ਦੇ ਵਿੱਚ ਜਿਹੜੇ ਬਾਕੀ ਲੋਕ ਹੈ ਉਹਨਾਂ ਦੀ ਔਸਤ ਉਮਰ 65 ਸਾਲ ਹੈ। ਉਸ ਹਿਸਾਬ ਨਾਲ
ਤਾਂ ਉਮਰ ਵਿੱਚ ਬਹੁਤ ਜ਼ਿਆਦਾ ਹੋਣੀ ਚਾਹੀਦੀ ਆ, ਉਮਰ ਦੇ ਵਿੱਚ ਇੰਨਾ ਫਰਕ ਨਹੀਂ ਪੈ ਸਕਦਾ। ਦੂਜੀ ਗੱਲ ਇਹ ਹੈ ਕਿ ਜਨਗਣਨਾ ਹੁੰਦਿਆਂ 140 ਸਾਲ ਦਾ ਸਮਾਂ ਹੋ ਗਿਆ। ਜਿਹੜਾ ਉਮਰ ਦਾ ਪਹਿਲਾ ਅੰਕੜਾ ਸਾਹਮਣੇ ਆਉਂਦਾ ਆ ਉਸ ਦੇ ਵਿੱਚ 80 ਤੋਂ ਉੱਪਰ ਕੋਈ ਵੀ ਗਰੁੱਪ ਨਹੀਂ ਸੀ ਹੁੰਦਾ। ਉਹਨਾਂ ਦਾਅਵਾ ਨਾਲ ਇਹ ਗੱਲ ਕਹੀ ਸੀ ਕਿ ਪੁਰਾਣੇ ਅੰਕੜੇ ਕੱਢ ਕੇ ਵੇਖਿਆ ਜਾ ਸਕਦਾ ਹੈ ਕਿ ਹੁਣ ਜਨਗਣਨਾ ਵਿੱਚ 80 ਤੋਂ ਉੱਪਰ ਦਾ ਗਰੁੱਪ ਬਣਾਇਆ ਜਾਂਦਾ ਹੈ। ਵਿਅਕਤੀਗਤ ਉਮਰ 'ਚ ਪਹਿਲਾਂ ਫਰਕ ਹੁੰਦਾ ਸੀ ਪਰ ਹੁਣ ਬਹੁਤ ਜ਼ਿਆਦਾ 80 ਵਾਲੇ ਹਨ। ਇਹ ਹਵਾਲਾ ਡਾਕਟਰ ਪਿਆਰੇ ਲਾਲ ਗਰਗ ਵੱਲੋਂ ਤੱਥਾਂ ਦੇ ਆਧਾਰ ਦੇ ਉੱਤੇ ਵੀ ਦਿੱਤਾ ਗਿਆ ਸੀ, ਮਾਹਰ ਡਾਕਟਰ ਨੇ ਉਹ। ਤੇ ਦੂਸਰੇ ਪਾਸੇ ਵਾਰ-ਵਾਰ ਜਿਹੜੀ ਇਹ ਮੰਗ ਉੱਠਦੀ ਆ ਅਫੀਮ ਦੀ ਖੇਤੀ ਦੀ, ਤਾਂ ਪੋਸਤ ਬੀਜਣ ਦੀ ਵਕਾਲਤ ਦੇ ਬਾਰੇ, ਇਸ ਦੇ ਬਾਰੇ ਡਾਕਟਰ ਜਿਹੜੇ ਪਿਆਰੇ ਲਾਲ ਨੇ ਉਹਨਾਂ ਦਾ ਵੀ ਕਹਿਣਾ ਆ। ਉਹ ਕਿਉਂਕਿ ਮਾਹਰ ਡਾਕਟਰ ਨੇ ਪੰਜਾਬ ਦੇ, ਤੇ ਉਹ ਕਈ ਵਾਰੀ ਪੰਜਾਬ ਦੇ ਮੁੱਦਿਆਂ ਉੱਤੇ ਬੋਲਦੇ ਹੁੰਦੇ ਆ ਕਿ ਸਿਆਸਤਦਾਨ ਇਹ ਨਹੀਂ ਚਾਹੁੰਦੇ ਕਿ ਲੋਕ ਆਪਣੇ ਹੱਕ ਮੰਗਣ। ਸਿਆਸਤਦਾਨਾਂ ਦਾ ਮਕਸਦ ਹੈ ਕਿ ਲੋਕ ਹਮੇਸ਼ਾ ਸੁੱਤੇ ਰਹਿਣ, ਤੇ ਉਹ ਚਾਹੁੰਦੇ ਨੇ ਕਿ ਲੋਕ ਆਪਣੀ ਇਨਸਾਨੀਅਤ ਅਤੇ ਰੂਹਾਨੀਅਤ ਨੂੰ ਪਛਾਣਨ। ਉਹਨਾਂ ਦਾ ਮਕਸਦ ਹੈ ਕਿ ਲੋਕ ਸਾਡੇ 'ਤੇ ਨਿਰਭਰ ਹੋ ਕੇ ਹਮੇਸ਼ਾ ਬੁੱਧੂ ਬਣੇ ਰਹਿਣ। ਇਹ ਇੱਕ ਸਾਰੇ ਸਮਾਜ ਵਿੱਚ ਵਰਤਾਰਾ ਕਿ ਨਸ਼ੇੜੀ ਅਤੇ ਫੀਮਚੀ ਬੰਦੇ ਨੂੰ ਸਿਰਫ ਨਸ਼ਾ ਪਿਆਰਾ ਹੁੰਦਾ ਹੈ। ਉਹਨਾਂ ਦੇ ਸਾਹਮਣੇ ਹੁੰਦਿਆਂ ਉਹਨਾਂ ਦੀਆਂ ਧੀਆਂ ਭੈਣਾਂ ਨਾਲ ਭਾਵੇਂ ਜ਼ਿਆਦਤੀ ਹੋ ਜਾਵੇ ਉਹ ਬੋਲਣਗੇ ਨਹੀਂ। ਨਸ਼ੇ ਦੀ ਪੂਰਤੀ ਵੀ ਉਹਨਾਂ ਦਾ ਇੱਕੋ ਇੱਕ ਟੀਚਾ ਹੁੰਦਾ, ਤੇ ਅਕਸਰ ਇਹ ਵੇਖਿਆ ਜਾਂਦਾ ਕਿ ਫੀਮ ਖਾਣ ਵਾਲੇ ਜਿਹੜੇ ਆ ਆਪਣੇ ਕਿੱਲਿਆਂ ਦੇ ਕਿੱਲੇ ਵੇਚ ਗਏ ਆ, ਪਰ ਉਹਨਾਂ ਨਸ਼ਾ ਨਹੀਂ ਛੱਡਿਆ। ਉਹਨਾਂ ਦੇ ਨਾਲ ਭਾਵੇਂ ਸਮਾਜਿਕ, ਰਾਜਨੀਤਿਕ ਜਾਂ ਆਰਥਿਕ ਜਿਹੜਾ ਆ ਅਨਿਆਂ ਹੋਈ ਜਾਵੇ, ਕਹਿੰਦੇ ਉਹ ਕਦੇ ਨਹੀਂ ਬੋਲਦੇ ਗਏ। ਹੁਣ ਗੱਲ ਇੱਥੇ ਸਰਕਾਰੀ ਜ਼ਮੀਨ ਉੱਤੇ ਖੇਤੀ ਦੀ ਜਿਵੇਂ ਰਾਏ ਦਿੱਤੀ ਸੀਗੀ ਸਾਬਕਾ ਸਿਹਤ ਮੰਤਰੀ ਜਾਣੀ ਹੋਰਾਂ ਨੇ, ਇੱਥੇ ਗੱਲ ਇਹ ਹੈ ਕਿ ਸਰਕਾਰੀ ਜ਼ਮੀਨ ਉੱਤੇ ਖੇਤੀ ਕਰਨਾ ਕੋਈ ਸੌਖਾ ਕੰਮ ਨਹੀਂ ਹੈ। ਸੂਬੇ ਜਿਹੜੇ ਆ ਦੇਸ਼ ਦੇ ਵਿੱਚ 3 ਅਜਿਹੇ ਆ ਜਿੱਥੇ ਅਫੀਮ ਦੀ ਸਰਕਾਰੀ ਖੇਤੀ ਹੋ ਰਹੀ ਹੈ, ਜਿਹੜਾ ਉਸ ਦੇ ਉੱਤੇ ਨਜ਼ਰ ਵੀ ਮਾਰ ਲੈਂਦੇ ਆ। ਉਹ ਹੈ ਯੂਪੀ, ਰਾਜਸਥਾਨ ਤੇ ਮੱਧ ਪ੍ਰਦੇਸ਼। ਤੇ ਮੱਧ ਪ੍ਰਦੇਸ਼ ਦੇ ਮੰਦਸੌਰ ਦੇ ਵਿੱਚ ਬਹੁਤ ਸਾਰੇ ਕਿਸਾਨਾਂ ਨੇ ਅਫੀਮ ਦੀ ਖੇਤੀ ਦੇ ਲਾਇਸੈਂਸ ਜਿਹੜੇ ਸੀਗੇ ਉਹ ਛੱਡੇ, ਕਿਉਂਕਿ ਉਹਨਾਂ ਦੇ ਉੱਤੇ ਕੇਸ ਹੋ ਰਹੇ ਸੀ। ਹੁਣ ਦੇਖੋ ਕੇਸ ਕਿਵੇਂ ਹੋ ਰਹੇ ਸੀ, ਇਹ ਧਿਆਨ ਨਾਲ ਦੇਣ ਵਾਲੀ ਗੱਲ ਆ। ਹੋ ਕੀ ਰਿਹਾ ਸੀ ਕਿ ਬਹੁਤ ਸਾਰੇ ਜਿਹੜੇ ਕਿਸਾਨ ਸੀਗੇ ਉਹਨਾਂ ਦੇ ਉੱਤੇ ਕੇਸ ਦਰਜ ਪੁਲਿਸ ਕਰਦੀ ਪਈ ਸੀ, ਤੇ ਬਹੁਤ ਜ਼ਿਆਦਾ ਖੁਦਕੁਸ਼ੀਆਂ ਵੀ ਉੱਥੇ ਹੋਈਆਂ ਮੰਦਸੌਰ ਦੇ ਵਿੱਚ, ਕਿਉਂਕਿ ਇੱਕ ਬੂਟਾ ਜੇ ਖੇਤ ਵਿੱਚੋਂ ਬਾਹਰ ਨਿਕਲ ਗਿਆ ਤਾਂ ਸਰਕਾਰ ਨੂੰ ਹਿਸਾਬ ਦੇਣਾ ਪੈਂਦਾ ਹੈ। ਦੂਜਾ, ਕਿਸਾਨਾਂ ਨੂੰ ਜ਼ਮੀਨ ਵੇਚ ਕੇ ਫੀਮ ਖਰੀਦ ਕੇ ਦੇਣੀ ਪੈਂਦੀ ਹੈ। ਜੇਕਰ ਫੀਮ ਦੀ ਕੁਝ ਮਕਦਾਰ ਵੀ ਇੱਧਰ ਉੱਧਰ ਹੋ ਗਈ ਤਾਂ ਕਿਸਾਨਾਂ ਉੱਤੇ ਹੇਰਾ ਫੇਰੀ ਦੇ ਤਹਿਤ ਉੱਥੇ ਪਰਚੇ ਦਰਜ ਹੋਏ ਨੇ। ਇਸ ਕਰਕੇ ਬਹੁਤ ਸਾਰੇ ਕਿਸਾਨਾਂ ਨੇ ਅਫੀਮ ਬੀਜਣ ਦਾ ਕਿੱਤਾ ਛੱਡ ਦਿੱਤਾ। ਰਾਜਸਥਾਨ ਵਿੱਚ ਪਤਾਸਿਆਂ ਵਾਂਗ ਭੁੱਕੀ ਵਿਕਦੀ ਹੈ। ਉੱਥੋਂ ਦੇ ਲੋਕਾਂ ਦੀ ਆਰਥਿਕਤਾ ਜਿਹੜੀ ਹੈ ਪੰਜਾਬ ਵਿੱਚ ਜਿਹੜੀ ਆ, ਜੇ ਉਹਦੇ ਨਾਲ ਮੁਕਾਬਲਾ ਕੀਤਾ ਜਾਵੇ ਤਾਂ ਉਹਦੇ ਨਾਲੋਂ ਕਿਤੇ ਪਿੱਛੇ ਆ। ਰਾਜਸਥਾਨ ਦੀ ਮੌਤ ਦਰ ਵੀ ਪੰਜਾਬ ਨਾਲੋਂ ਕਿਤੇ ਜ਼ਿਆਦਾ ਆ। ਹੁਣ ਜਿਹੜੇ ਫੀਮ ਦੀ ਖੇਤੀ ਦੀ ਮੰਗ ਕਰਨ ਵਾਲੇ ਆ, ਉਹ ਜਰਾ ਮੰਦਸੌਰ ਦੀ ਤੇ ਇਹਨਾਂ ਰਾਜਾਂ ਦੀ ਪੜਚੋਲ ਕਰ ਲੈਣ, ਆਰਥਿਕਤਾ ਪੱਖੋਂ ਦੇਖ ਲੈਣ। ਔਰ ਦੂਜੀ ਗੱਲ ਮੈਂ ਇੱਥੇ ਜ਼ਰੂਰ ਦੱਸਣੀ ਚਾਹੂੰਗਾ, ਇੱਕ ਨਿੱਜੀ ਗੱਲ ਹੈ, ਕਿਉਂਕਿ ਵਿਚਾਰ ਕਰਦੇ ਪਏ ਆ ਮੇਰੇ ਦੇਖਦਿਆਂ ਕਿ ਮੇਰੇ ਪਿੰਡ ਦੇ ਵਿੱਚ ਇੱਕ ਅਜਿਹਾ ਸ਼ਖਸ ਸੀਗਾ ਜਿਹੜਾ ਮੇਰੇ ਸ਼ਰੀਕੇ ਭਾਈਚਾਰੇ ਦੇ ਵਿੱਚੋਂ ਲੱਗਦਾ ਸੀਗਾ, ਤੇ ਉਸ ਬੰਦੇ ਕੋਲੇ ਮੈਂ ਦੇਖਿਆ ਕਿ ਘਰਾਂ 'ਚੋਂ ਮੇਰਾ ਚਾਚਾ ਲੱਗਦਾ ਸੀ, 70 ਕਿੱਲੇ ਜ਼ਮੀਨ ਹੁੰਦੀ ਸੀਗੀ। 70 ਕਿੱਲੇ ਜ਼ਮੀਨ ਵਾਲਾ ਬੰਦਾ ਮੇਰੇ ਵੇਖਦਿਆਂ ਅਫੀਮ ਖਾਣ ਦਾ ਐਡਾ ਆਦੀ ਸੀ ਕਿ ਉਹ, ਜਿਵੇਂ ਆਮ ਅਸੀਂ ਕਹਾਵਤ ਬੋਲਦੇ ਹਾਂ ਵੀ ਕਾਂ ਦੇ ਸਿਰ ਜਿੰਨੀ ਖਾਂਦਾ ਹੈ, ਉਹ ਇੰਨੀ ਖਾਂਦਾ ਸੀਗਾ। ਤੇ ਖਾਣ ਨਾਲ ਕੀ ਹੋਇਆ ਕਿ ਅੱਜ ਉਸ ਪਿੰਡ 'ਚ, ਸਾਡੇ ਸ਼ਰੀਕੇ 'ਚ, ਉਸ ਬੰਦੇ ਦਾ ਕੋਈ ਨਾਮ ਨਿਸ਼ਾਨ ਨਹੀਂ, ਕੋਈ ਉਹਦੀ ਜ਼ਮੀਨ ਉਹਦੇ ਕੋਲ ਨਹੀਂ ਰਹਿ ਗਈ। ਉਹ 70 ਦੇ 70 ਕਿੱਲੇ ਅਫੀਮ ਦੇ ਵਿੱਚ ਸਿਰਫ ਤੇ ਸਿਰਫ ਉਸ ਬੰਦੇ ਨੇ 10-15 ਸਾਲਾਂ ਦੇ ਵਿੱਚ ਵਾੜ ਦਿੱਤੇ। 80 ਤੋਂ ਲੈ ਕੇ 95 ਤੱਕ ਦੇ ਜਿਹੜਾ ਇਹ ਵੇਲਾ ਸੀਗਾ ਜਦੋਂ ਪਿੰਡਾਂ ਦੇ ਵਿੱਚ ਬਹੁਤੇ ਫੀਮਚੀ ਇੱਦਾਂ ਦੇ ਅਸੀਂ ਦੇਖਦੇ ਹੁੰਦੇ ਸੀਗੇ। ਉਦੋਂ ਪਹਿਲਾਂ ਦੇ ਵੀ ਖਾਂਦੇ ਹੁੰਦੇ ਸੀ, ਪੁਰਾਣੇ ਬੁੜੇ ਆਪਦੀਆਂ ਡੱਬੀਆਂ ਦੇ ਵਿੱਚ ਰੱਖਦੇ ਹੁੰਦੇ ਸੀ ਫੀਮ। ਦੂਸਰਾ ਇੱਕ ਫਾਇਦਾ ਅੱਜ ਵੀ ਹੈ, ਅੱਜ ਸਾਡੇ ਘਰਾਂ ਦੇ ਵਿੱਚ ਅਫੀਮ ਜਿਹੜੀ ਹੈ, ਕਿਉਂਕਿ ਉਹ ਇੱਕ ਮੈਡੀਸਨ ਵੀ ਹੈ। ਜਿਵੇਂ ਹੁਣ ਬਹੁਤਿਆਂ ਨੂੰ ਇਹ ਹੁੰਦਾ ਵੀ ਉਹ ਜੇ ਕਿਤੇ ਤੁਹਾਨੂੰ
ਅਧਰੰਗ ਦਾ ਅਟੈਕ ਆ ਜੇ ਹੈ ਨਾ, ਕਈ ਵਾਰੀ ਕਈਆਂ ਨੂੰ ਮਹਿਸੂਸ ਹੁੰਦਾ ਕਿ ਮੈਨੂੰ ਹਾਰਟ ਅਟੈਕ ਹੋ ਰਿਹਾ। ਹਾਲਾਂਕਿ ਡਾਕਟਰਾਂ ਨੂੰ ਬਿਹਤਰ ਪਤਾ ਹੈ ਕਿ ਹਾਰਟ ਅਟੈਕ 'ਚ ਵੈਸੇ ਸੁਣਿਆ ਹੈ ਕਿ ਨਹੀਂ ਖਾਣੀ ਚਾਹੀਦੀ, ਮਾੜੀ ਹੁੰਦੀ ਆ, ਪਰ ਕਈ ਲੋਕ ਜਿਹੜੇ ਆ ਉਹ ਖਾ ਲੈਂਦੇ ਆ। ਜੇ ਕੋਈ ਪੀੜਤ ਕੋਈ ਸਰੀਰ ਦਾ ਅੰਗ ਦਰਦ ਹੁੰਦਾ ਉਹ ਖਾ ਲੈਂਦੇ ਆ। ਔਰ ਕਿਉਂਕਿ ਡਾਕਟਰਾਂ ਦੇ ਮੁਤਾਬਕ, ਵਿਗਿਆਨੀਆਂ ਦੇ ਮੁਤਾਬਕ ਉਹਦੇ ਵਿੱਚ ਇੱਕ ਇਹੋ ਜਿਹਾ ਤੱਤ ਹੁੰਦਾ ਹੈ ਜਿਹੜਾ ਤੁਹਾਨੂੰ ਰਿਲੈਕਸ ਕਰਦਾ ਆ। ਅਤੇ ਦੂਜੀ ਗੱਲ, ਥਕਾਵਟ ਮਹਿਸੂਸ ਨਹੀਂ ਹੋਣ ਦਿੰਦਾ। ਅਤੇ ਕਈ ਲੋਕ ਇਸ ਤਰੀਕੇ ਨਾਲ ਹੀ ਇਹਦੀ ਆਦਤ ਪਾ ਲੈਂਦੇ ਆ। ਫਿਰ ਆਦਤਾਂ ਵਿੱਚ ਜਿਵੇਂ ਉਸ ਦੇ ਕਿੱਲੇ ਰੁੜੇ ਆ। ਮੇਰੇ ਦੇਖਦੇ ਉਹ ਇੱਕ ਕਹਾਣੀ ਨਹੀਂ, ਉਹ ਬਹੁਤ ਸਾਰੀਆਂ ਕਹਾਣੀਆਂ ਪੰਜਾਬ ਦੇ ਵਿੱਚ। ਔਰ ਪੁਰਾਣੇ ਜਿਹੜੇ ਲੋਕ ਆ ਉਹ ਜਾਣਦੇ ਆ। ਔਰ ਸਾਰਿਆਂ ਨੂੰ ਪਤਾ ਸੀਗਾ ਕਿ ਫਲਾਨਾ ਬੰਦਾ ਅਫੀਮ ਖਾਂਦਾ ਸੀਗਾ ਅਤੇ ਉਹਦੇ ਕਿੰਨੇ ਜ਼ਮੀਨ ਗਈ ਆ, ਉਹਦਾ ਕਿੰਨਾ ਪੈਸਾ ਰੁੜਿਆ, ਅਤੇ ਇਹੋ ਜਿਹੇ ਲੋਕ ਕਿੰਨੀ ਕੁ ਜ਼ਿੰਦਗੀ ਚੰਗੀ ਜਿਉਂ ਕੇ ਗਏ ਆ। ਇਸ ਦੇ ਉੱਤੇ ਵੀ ਪੜਚੋਲ ਹੋਣੀ ਚਾਹੀਦੀ ਆ। ਬਸ਼ਰਤੇ ਇੱਕ ਹੱਲ ਜਿਹੜਾ ਆ, ਕਿਸਾਨੀ ਨੂੰ ਅਗਰ ਆਰਥਿਕ ਲੀਹਾਂ 'ਤੇ ਲਿਆਉਣਾ ਹੈ, ਅਤੇ ਉਹ ਇਸ ਲਈ ਹੱਲ ਸਹੀ ਹੋ ਸਕਦਾ ਆ ਕਿ ਜਿਵੇਂ ਹੁਣ ਮੰਦਸੌਰ ਦੇ ਵਿੱਚ ਪਰਚੇ ਦਰਜ ਹੋਏ, ਕਿਸਾਨਾਂ ਦੇ ਪਰਚੇ ਦਰਜ ਨਾ ਹੋਣ, ਲਿਖਤੀ ਰੂਪ ਦੇ ਵਿੱਚ ਸਾਰਾ ਕੁਝ ਕੀਤਾ ਜਾਵੇ ਵੀ ਆਹ ਖੇਤੀ ਆ, ਇੰਨੀ ਵਿਕਵਾਈ ਜਾਊਗੀ, ਇੰਨੀ ਬਿਜਵਾਈ ਜਾਊਗੀ, ਇੱਥੇ ਨਿਗਰਾਨੀ ਹੋਊਗੀ। ਉਸ ਨਿਗਰਾਨੀ ਦੇ ਵਿੱਚ ਦੇਖੋ ਕਿੰਨੇ ਪੰਗੇ ਵੀ ਆ, ਵਾੜ ਵੂੜ ਕਰਨੀ ਪਊਗੀ, ਉੱਥੇ ਕੋਈ CCTV ਕੈਮਰੇ ਲਾਉਣੇ ਪੈਣੇ ਆ, ਕਿਉਂਕਿ ਜੇ ਕਿਸੇ ਨੂੰ ਪਤਾ ਲੱਗ ਗਿਆ ਕਿ ਇੱਥੇ ਫੀਮ ਬੀਜੀ ਆ, ਅਤੇ ਉਹ ਭੱਜ ਕੇ ਜਿਵੇਂ ਮਰਜ਼ੀ ਆ। ਇੱਥੇ ਤਾਂ ਹੁਣ ਖੇਤਾਂ 'ਚੋਂ ਖੜੀਆਂ ਮੋਟਰਾਂ ਚੋਰੀ ਕਰ ਲੈਂਦੇ ਆ, ਤਾਰ ਚੋਰੀ ਕਰ ਲੈਂਦੇ ਆ, ਟਰਾਂਸਫਾਰਮਰ ਦਾ ਤੇਲ ਕੱਢ ਲੈਂਦੇ ਆ। ਅਤੇ ਕੀ ਗੱਲ, ਜਿੱਥੇ ਫੀਮ ਦੀ ਖੇਤੀ ਹੋਊਗੀ ਉਹ ਫੀਮ ਨਾ ਚੋਰੀ ਕਰਨਗੇ? ਕਾਫੀ ਸਾਰੀਆਂ ਗੱਲਾਂ ਆ, ਲੀਡਰ ਬਿਆਨ ਦੇ ਦਿੰਦੇ ਆ, ਪਰ ਤਹਿਆਂ ਤੱਕ ਜਾ ਕੇ ਜੇ ਪਹੁੰਚਿਆ ਜਾਵੇ ਨਾ, ਤਾਂ ਪੁਣ ਛਾਣ ਜਿਹੜੀ ਆ ਉਹ ਕਰਕੇ ਜੇ ਦੇਖੀ ਜਾਵੇ। ਤੁਸੀਂ ਬੀਜ ਕੇ ਦੇਖ ਲਓ। ਇੱਥੇ ਕਈ ਵਾਰੀ ਪਿੰਡਾਂ ਵਿੱਚ ਜਾ ਕੇ ਕਿਸਾਨਾਂ ਦੇ ਨਾਲ ਜਦੋਂ ਗੱਲਬਾਤ ਕਰੀਦੀ ਆ ਤਾਂ ਉਦੋਂ ਹੈਰਾਨੀ ਆਉਂਦੀ ਆ। ਉਹਨਾਂ ਨੂੰ ਜੇ ਕਹਿ ਦਈਏ ਨਾ ਵੀ 4 ਕਿ ਜਿਹੜੇ ਮਰਲੇ ਕੋਈ ਛੱਡ ਲਓ, ਕੋਈ ਉੱਥੇ ਕੋਈ ਸਬਜ਼ੀ ਭਾਜੀ ਬੀਜ ਲਓ, ਤਾਂ ਉਹ ਕੀ ਕਹਿ ਦਿੰਦੇ, ਉਹ ਕਹਿਣਗੇ ਬਾਈ ਜੀ ਰਹਿਣ ਦਿਓ, ਗੱਲ ਹੀ ਛੱਡ ਦਿਓ, ਕਿਉਂ ਜੁੱਤੀਆਂ ਵਾਲੀ ਗੱਲ ਕਰਾਉਣੀ, ਲੜਾਈ ਕਰਾਓਗੇ ਸਾਡੀ। ਇੱਥੇ ਤਾਂ ਜਿਹੜੀਆਂ ਕੋਈ ਆ ਬਾਲਣ ਚੁਗਣ ਵਾਲੀਆਂ ਜਾਂ ਕੋਈ ਹੋਰ ਤੁਰਿਆ ਆਉਂਦਾ ਹੈਗਾ, ਅਤੇ ਉਹ ਸਬਜ਼ੀਆਂ ਹੀ ਸਾਡੀਆਂ ਸਾਫ਼ ਕਰ ਜਾਂਦੇ, ਸਾਨੂੰ ਤਾਂ ਖਾਣ ਨੂੰ ਨਹੀਂ ਮਿਲਦੀ। ਅਤੇ ਜੇ ਅਫੀਮ ਬੀਜੀ ਗਈ ਤਾਂ ਫਿਰ ਸੋਚੋ ਵੀ ਕਿਹੜੇ ਕਿਹੜੇ ਹਰਬੇ ਹੀਲੇ ਜਿਹੜੇ ਆ, ਭਾਵੇਂ ਸੁਰੰਗ ਪੱਟ ਕੇ ਕੋਈ ਖੇਤ 'ਚ ਵੜ ਜੇ ਹੈ, ਅਤੇ ਇੱਦਾਂ ਕਰਕੇ ਜਿਹੜੀ ਉਹ ਕੋਈ ਚੋਰੀ ਕਰ ਸਕਦਾ। ਚਲੋ ਮੁੱਦਾ ਦਿਲਚਸਪ ਵੀ ਹੈ, ਸੋਚਣਾ। ਹੁਣ ਤੁਸੀਂ ਵੀ ਵਿਚਾਰ ਦਿਓ, ਆਪਣੀ ਰਾਏ ਦਿਓ ਕਿ ਵਾਕਿਆ ਹੀ ਪੰਜਾਬ ਦੀ ਆਰਥਿਕਤਾ ਨੂੰ ਲੀਹ 'ਤੇ ਲਿਆਉਣ ਲਈ ਅਫੀਮ ਵਜਵਾਉਣੀ ਚਾਹੀਦੀ ਹੈ। ਜੇ ਵਜਵਾਉਣੀ ਚਾਹੀਦੀ ਹੈ ਤਾਂ ਉਹਦੇ ਲਈ ਕੀ ਠੋਸ ਨੀਤੀਆਂ ਬਣਾਉਣੀਆਂ ਚਾਹੀਦੀਆਂ, ਕੀ ਜਿਹੜੀਆਂ ਹਦਾਇਤਾਂ ਆ ਉਹ ਹੋਣੀਆਂ ਚਾਹੀਦੀਆਂ, ਤਾਂ ਕਿ ਪੰਜਾਬ ਦੀ ਕਿਸਾਨੀ ਜਿਹੜੀ ਆ ਉਹ ਆਰਥਿਕ ਲੀਹਾਂ ਦੇ ਉੱਤੇ ਆ ਸਕੇ। ਤਾਂ ਉਮੀਦ ਇਹ ਕੀਤੀ ਜਾ ਸਕਦੀ ਆ ਕਿ ਜੇ ਇਹ ਹੋ ਜਾਵੇ ਤਾਂ ਸ਼ਾਇਦ ਕਹਿੰਦੇ ਆ ਤਜਰਬਾ ਕਰਕੇ ਵੇਖਣ ਦਾ ਜਿਹੜਾ ਆ ਕੋਈ ਹਰਜ ਨਹੀਂ ਗਾ। ਪਰ ਦੇਖਦੇ ਆ ਕਿ ਜੇ ਇਹ ਹੋ ਜਾਂਦਾ ਆ, ਜਾਂ ਫਿਰ ਕੋਈ ਸਰਕਾਰ ਗੱਲ ਮੰਨ ਲੈਂਦੀ ਆ, ਜਾਂ ਸਰਕਾਰੀ ਜ਼ਮੀਨ ਦੇ ਉੱਤੇ ਇੱਦਾਂ ਜਿਹੜੀ ਆ ਇਹਦੀ ਬਿਜਾਈ ਹੋ ਸਕਦੀ ਆ, ਤਾਂ ਫਿਰ ਇਹਦੇ ਵਿੱਚੋਂ ਕੋਈ ਕਿੰਨਾ ਕੁ ਅਸੀਂ ਲਾਹਾ ਲੈ ਸਕਦੇ ਹਾਂ। ਕੈਮਰਾ ਪਰਸਨ ਜਸ਼ਨਦੀਪ ਦੇ ਨਾਲ ਕਮਲਜੀਤ ਸਿੱਧੂ, 1 TV।